सतनाम श्री वाहेगुरु जी। शलोक वारां ते वधीक महला तीजा। माया मोह जग भरमिया, घर मूसै खबर ना होए। काम क्रोध मन हिर लिया, मन मुख अंधा लोए। माया मोह जग भरमिया, घर मूसै खबर ना होए। काम क्रोध मन हिर लिया, मन मुख अंधा लोए। ज्ञान खड़ग पंच दूत संघारे, गुरमत जागै सोए। नाम रतन परगासिया, मन तन निर्मल होए। नामहीन नकटे फिरै, बिन नावै बह रोए। नानक जो तुर करतै लिखिया, सो मेट ना सकै कोए। गुरमुखां हर धन खटिया, गुर कै शब्द विचार। नाम पदारथ पाया, अतुट भरे भंडार। हर गुण बाणी उचरहै, अंत ना पारावार। नानक सब कारण करता करै, वेखै सिरजनहार। गुरमुख अंतर सहज है, मन चढ़िया दसवें आकाश। तिथै ऊंघ ना भुख है, हर अमृत नाम सुख वास। नानक दुख सुख व्यापत नहीं, जिथै आत्म राम परगास। तिथै ऊंघ ना भुख है, हर अमृत नाम सुख वास। नानक दुख सुख व्यापत नहीं, जिथै आत्म राम परगास। वाहिगुरु जी का खालसा, वाहिगुरु जी की फतेह। परम सन्मानयोग गुरता गद्दी ते बिराजमान दसां ही पातशाहियां दी जोत धन धन श्री गुरु ग्रंथ साहब जी दी
ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀय ਗੁਰੂ ਸਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਆਪ ਗੁਰੂ ਪਿਆਰ ਵਾਲੇ ਇਸ ਪਦਾਰਥਵਾਦੀ ਵਾਤਾਵਰਨ ਵਿੱਚੋਂ ਉਡਾਰੀ ਮਾਰ ਅੱਤ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਗੁਰਦੇਵ ਆਪ ਸਾਰਿਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਸੇਵਾ ਭੇਟਾ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਵੀ ਹਜ਼ੂਰ ਚਾਹ ਬਖਸ਼ਿਸ਼ ਕਰਨ ਜੀ। ਗੁਰੂ ਸੰਗਤ ਜੀ, ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਗੁਰਬਾਣੀ ਦੀ ਵਿਆਖਿਆ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਉਸ ਅਧੀਨ ਆਪ ਜੀ ਨੇ ਹੁਣੇ ਜੋ ਪਾਵਨ ਬਚਨ ਸਰਵਣ ਕੀਤੇ ਹਨ, ਇਹ ਪਵਿੱਤਰ ਬਚਨ ਸ਼ਲੋਕ 12 ਤੇ ਵਧੀਕ ਦੇ ਸਿਰਲੇਖ ਹੇਠ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1414 ਤੇ ਸੁਭਾਇਮਾਨ ਹਨ। ਕਿਉਂਕਿ ਸੰਗਤ ਜੀ, ਇਹ ਗੁਰਬਾਣੀ ਦਾ ਵਿਸ਼ਾ ਕਮਾਈ ਦਾ ਵਿਸ਼ਾ ਹੈ। ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਮਨੁੱਖ ਮਾਇਆ ਦੀ ਚਕਾਚੌਂਧ ਰੋਸ਼ਨੀ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ। ਕਿਸੇ ਬੈਂਕੁਏਟ ਹਾਲ ਵਿੱਚ ਗਏ ਹਾਂ, ਉੱਥੇ ਰਿਸ਼ਤੇਦਾਰ ਸੱਜਣ ਮਿੱਤਰ ਇਕੱਠੇ ਹੋਏ ਨੇ, ਕੁਝ ਰੀਕ੍ਰੀਏਸ਼ਨ ਦਾ ਅਰੇਂਜਮੈਂਟ ਕੀਤਾ ਗਿਆ ਹੈ, ਪਦਾਰਥ ਨੇ, ਕੰਮਾਂ ਕਾਜਾਂ ਵਿੱਚੋਂ ਫੁਰਸਤ ਨਿਕਲੀ ਹੈ, ਉੱਥੇ ਇੱਕ ਦੂਜੇ ਨੂੰ ਮਿਲੇ ਆ, ਥੋੜ੍ਹੀ ਖੁਸ਼ੀ ਮਿਲਦੀ ਹੈ, ਗਲੈਮਰ ਜਿਹਨੂੰ ਕਹਿੰਦੇ ਹੋ। ਪਰ ਇੱਥੇ ਬਿਲਕੁਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਪਹਿਲੇ ਦਿਨ ਕਿਸੇ ਬੱਚੇ ਨੂੰ ਰੈਡੀ ਕਰਕੇ ਤੁਸੀਂ ਸਕੂਲ ਦੀ ਵੈਨ ਵਿੱਚ ਚਾੜ੍ਹਦੇ ਹੋ ਤੇ ਉਹ ਰੋਂਦਾ ਹੈ ਤੇ ਤੁਸੀਂ ਅੰਦਰ ਨੂੰ ਧੱਕਦੇ ਹੋ ਤੇ ਉਹ ਬਾਹਰ ਨੂੰ ਨਿਕਲਦਾ ਹੈ। ਉਸ ਨਾਦਾਨ ਬੱਚੇ ਨੂੰ ਕੋਈ ਖਬਰ ਨਹੀਂ ਵੀ ਇਹ ਦੁਨੀਆ ਕਿਸ ਤਰ੍ਹਾਂ ਦੀ, ਇੱਥੇ ਕੰਪੀਟੀਸ਼ਨ ਹੈ, ਵਿੱਦਿਆ ਨੂੰ ਹਥਿਆਰ ਬਣਾ ਕੇ ਦੂਜਿਆਂ ਨੂੰ ਜ਼ੇਰ ਕੀਤਾ ਜਾਂਦਾ ਹੈ, ਲੁੱਟਿਆ ਜਾਂਦਾ ਹੈ, ਕਸੁੱਟਿਆ ਜਾਂਦਾ ਹੈ, ਟੌਰ ਬਣਾਇਆ ਜਾਂਦਾ ਹੈ, ਮੇਰੇ ਕੋਲ ਆਹ ਡਿਗਰੀ ਹੈ, ਇਦੋਂ ਘੱਟ ਮੈਂ ਨਹੀਂ ਕੰਮ ਕਰਾਂਗਾ, ਇਹ ਤਿਆਦ। ਸੋ ਉਹ ਬੱਚਾ ਪਰਤ ਕੇ ਥੱਲੇ ਭੱਜਣ ਨੂੰ ਫਿਰਦਾ ਹੈ, ਰੋਂਦਾ ਹੈ, ਕਰਲਾਂਦਾ ਹੈ, ਪਰ ਉਹਦੇ ਬ੍ਰਾਈਟ ਫਿਊਚਰ ਵਾਸਤੇ ਮਾਪੇ ਉਹਨੂੰ ਅੰਦਰ ਧੱਕ ਕੇ ਡੋਰ ਬੰਦ ਕਰ ਦਿੰਦੇ ਨੇ। ਠੀਕ ਇਸ ਤਰ੍ਹਾਂ ਸ਼ੁਰੂ ਵਿੱਚ ਸਾਡਾ ਮਨ ਜਿਹੜਾ ਹੈ ਉਹ ਇੱਥੇ ਉਚਾਟ ਹੁੰਦਾ ਹੈ, ਕਿਉਂਕਿ ਮਨ ਦੀ ਜੋ ਖੁਰਾਕ ਹੈ, ਜਿਸ ਤਰ੍ਹਾਂ ਉਹ ਹੈਬਚਲ ਹੈ, ਉਹ ਹੋਰ ਹੈ। ਇੱਥੇ ਜੋ ਵੰਡਿਆ ਜਾਂਦਾ ਹੈ ਉਹ ਬਿਲਕੁਲ ਹੋਰ ਹੁੰਦਾ ਹੈ। ਲਿਹਾਜ਼ਾ ਉਹਨੂੰ ਯੂਜ਼ ਟੂ ਹੋਣ ਵਾਸਤੇ ਵਕਤ ਲੱਗਦਾ ਹੈ। ਵੈਸੇ ਤੇ ਕਈ ਵਾਰ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਜਮਾਤ ਵਿੱਚ ਵੀ ਹੋ ਜਾਈਏ ਤੇ ਸਡਨਲੀ ਛੁੱਟੀ ਹੋ ਜਾਏ ਤੇ ਬੜਾ ਹੀ ਖੁਸ਼ੀ ਜੀ ਪ੍ਰਤੀਤ ਹੁੰਦੀ ਸੀ ਵੀ ਅੱਜ ਮੌਜਾਂ ਲੱਗ ਗਈਆਂ, ਪੜ੍ਹਨਾ ਨਹੀਂ ਪਏਗਾ। ਹੁਣ ਸਾਡੀ ਸਮੱਸਿਆ ਇਹ ਹੈ, ਮੇਰੀ ਕਮਿਊਨਿਟੀ ਦੀ ਇਹ ਸਮੱਸਿਆ ਹੈ, ਮੈਨੂੰ ਲਗਭਗ ਤੁਹਾਡੀ ਅਸੀਸ ਨਾਲ ਗੁਰੂ ਕਿਰਪਾ ਨਾਲ 30 ਕੁ ਸਾਲ ਤੇ ਹੋ ਹੀ ਗਏ ਨੇ ਕਥਾ ਕਰਦੇ ਨੂੰ। ਆਹ ਜਿਹੜਾ ਐਟਮੋਸਫੀਅਰ ਹੈ ਜਿੱਥੇ ਤੁਸੀਂ ਬੈਠੇ ਹੋ, ਇਹਨੂੰ ਅਸੀਂ ਸਕੂਲ ਸਮਝਦੇ ਕੋਈ ਨਹੀਂ ਗਏ। ਲਿਹਾਜ਼ਾ ਵੱਖਰੇ ਸਕੂਲ ਖੋਲ੍ਹਣੇ ਪਏ, ਉੱਥੇ ਜਾ ਕੇ ਅਸੀਂ ਮੈਂਟਲੀ ਪ੍ਰਪੇਅਰ ਹੁੰਦੇ ਹਾਂ ਵੀ ਠੀਕ ਹੈ ਇਹ ਸਕੂਲ ਹੈ, ਇੱਥੇ ਫਰਨੀਚਰ ਹੈ, ਦੀਵਾਰਾਂ ਨੇ, ਲਿਖਿਆ ਹੈ ਕਲਾਸਰੂਮ ਨੰਬਰ 1, ਕਲਾਸ ਨੰਬਰ 2, 3, 4। ਉਂਝ ਜੇ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰੀਏ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਸਤਿਗੁਰ ਚਟਸਾਲ ਹੈ। ਸੰਗਤ ਜੀ, ਚਟਸਾਲ ਕਹਿੰਦੇ ਜਿਹਨੂੰ ਅੱਜ ਕੱਲ੍ਹ ਸਕੂਲ ਕਹਿੰਦੇ ਹੋ।
ਗੁਰਦੁਆਰਾ ਧਰਮਸ਼ਾਲ ਗੁਰੂ ਕੀ ਸੰਗਤ ਗੁਰੂ ਦਾ ਗੁਰਦੁਆਰਾ ਹੈ ਮਹਾਰਾਜ। ਉੱਥੇ ਬੇਸਿਕ ਐਜੂਕੇਸ਼ਨ ਸਿਖਾਈ ਜਾਂਦੀ ਹੈ, ਅਲਫਾਬੇਟ ਹੈ, ਸਾਰੀਆਂ ਚੀਜ਼ਾਂ। ਇੱਥੇ ਕੀ ਸਿਖਾਉਂਦੇ ਹੋ? ਹਜ਼ੂਰ ਕਹਿਣ ਲੱਗੇ ਜਿਤ ਹਰ ਗੁਣ ਸਿੱਖਾ। ਇੱਥੇ ਉਹ ਗੁਣ ਸਿੱਖੇ ਸਿਖਾਏ ਜਾਂਦੇ ਨੇ ਜਿਹਦੇ ਨਾਲ ਹਰੀ ਪ੍ਰਾਪਤ ਹੁੰਦਾ ਹੈ। ਟਾਰਗੇਟ ਬਹੁਤ ਵੱਡਾ ਹੈ। ਸੋ ਸ਼ੁਰੂ ਵਿੱਚ ਇਹ ਵਿਸ਼ਾ ਡਰਾਈ ਲੱਗਦਾ ਹੈ। ਹੌਲੀ ਹੌਲੀ ਜੇ ਮਾਹੌਲ ਬਣ ਜਾਏ ਤੇ ਫਿਰ ਜਿਸ ਤਰ੍ਹਾਂ ਬੱਚਾ ਬਹੁਤ ਵੱਡਾ ਹੋ ਜਾਏ ਤੇ ਉਹਨੂੰ ਤੁਸੀਂ ਕਹੋ ਵੀ ਅੱਜ ਤੂੰ ਯੂਨੀਵਰਸਿਟੀ ਕਾਲਜ ਨਾ ਜਾ, ਘਰ ਵਿੱਚ ਮਹਿਮਾਨ ਆਉਣੇ ਨੇ, ਜ਼ਰੂਰੀ ਕੰਮ ਹੈ। ਫਿਰ ਉਹ ਕਹਿੰਦਾ ਵੀ ਮੰਮਾ ਮੇਰੇ 4 ਪੀਰੀਅਡ ਮਿਸ ਹੋ ਜਾਣਗੇ, ਵੀ ਮੈਂ ਨਹੀਂ ਰਹਿ ਸਕਦਾ, ਮੈਨੂੰ ਜਾਣਾ ਪੈਣਾ, ਮੇਰਾ ਲਾਸ ਬਹੁਤ ਹੋ ਜਾਏਗਾ, ਮੈਂ ਜਾਣਾ। ਆਹਿਸਤਾ ਆਹਿਸਤਾ ਹੌਲੀ ਹੌਲੀ ਸਲੋਲੀ ਜੇ ਚੇਟਕ ਲੱਗ ਜਾਏ। ਔਰ ਦੂਸਰੀ ਇੱਕ ਹੋਰ ਬੇਨਤੀ ਹੈ, ਤੁਹਾਨੂੰ ਚੇਟਕ ਲੱਗ ਗਿਆ ਹੈ, ਤੁਹਾਡਾ ਦਿਲ ਕਰਦਾ ਕੀਰਤਨ ਸੁਣ ਤੇ ਕਥਾ ਸੁਣ ਤੇ, ਪਰਫਾਰਮੈਂਸ ਵੀ ਫਿਰ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਅਦਰਵਾਈਜ਼ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ, ਤੋ ਢਿੱਲ ਮੱਠ ਹੋ ਜਾਂਦੀ ਹੈ ਨਾ। ਕਈ ਵਾਰ ਸਾਡੀ ਤਵੱਜੋ ਨਹੀਂ ਹੁੰਦੀ ਵੀ ਅਸੀਂ ਪ੍ਰੋਪਰ ਇਹ ਜਿਹੜੀਆਂ 3 ਕਥਾ ਨੇ ਇਹਨਾਂ ਨੂੰ ਨਿੱਠ ਕੇ ਕਰੀਏ, ਜਾਣ ਪਛਾਣ ਬੜੀ ਹੈ। ਅੱਜ ਉਹ ਮਾਸੀ ਦੇ ਮੁੰਡੇ ਨੇ ਸੱਦਿਆ, ਅੱਜ ਭੂਆ ਦੇ ਮੁੰਡੇ ਨੇ ਉੱਧਰ ਪ੍ਰਸ਼ਾਦਾ ਛਕਣ, ਉਹ 90 ਕਥਾ ਵਿੱਚੋਂ 15 20 25 ਕਥਾ ਮਿਸ ਹੋ ਜਾਂਦੀ। ਉਹਦੇ ਨਾਲ ਫਿਰ ਇੱਕ ਤਰ੍ਹਾਂ ਟੁੱਟ ਜਾਂਦਾ ਕੰਮ, ਫਿਰ ਉਹਨੂੰ ਦੁਬਾਰਾ ਉਹਨੂੰ ਸ਼ੁਰੂ ਕਰਨਾ ਪੈਂਦਾ, ਉਹਦੇ ਲਈ ਫਿਰ ਹਫ਼ਤਾ 10 ਦਿਨ ਲੰਘ ਜਾਂਦੇ ਨੇ। ਸੋ ਇਹ ਬਿਲਕੁਲ ਇਸ ਤਰ੍ਹਾਂ ਜਿਵੇਂ ਮੈਥਮੈਟਿਕਸ ਦਾ ਪੀਰੀਅਡ ਹੋਵੇ, ਜਿਵੇਂ ਤੁਸੀਂ ਫਿਜ਼ਿਕਸ ਪੜ੍ਹ ਰਹੇ ਹੋ, ਕੈਮਿਸਟਰੀ ਪੜ੍ਹ ਰਹੇ ਹੋ, ਥੋੜ੍ਹਾ ਜਿਹਾ ਉਚੇਚਾ ਜਿਸ ਤਰ੍ਹਾਂ ਤਵੱਜੋ ਗੁਰਬਾਣੀ ਵਿਆਖਿਆ ਮੰਗਦੀ ਹੈ। ਕੀਰਤਨ ਵਿੱਚ ਰਸ ਹੈ, ਸੰਗੀਤ ਹੈ, ਨਾਲ ਲੁਤਫ ਆਉਂਦਾ ਹੈ, ਤਾਂ ਅਸੀਂ ਉਹ ਆਨੰਦ ਲੈ ਕੇ ਬੈਠੇ ਸੁਣੀ ਜਾਂਦੇ ਹਾਂ। ਸੋ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਬਚਨਾਂ ਦੀ ਜੋ ਆਰੰਭਤਾ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ, ਉਹ ਬਚਨ ਹੈ ਮਾਇਆ ਮੋਹ ਜਗ ਭਰਮਿਆ। ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਭਰਮ ਦਾ ਸ਼ਿਕਾਰ ਹੈ। ਮਾਇਆ ਵੈਸੇ ਤੇ ਮਾਇਆ ਸਾਡੇ ਧਾਰਮਿਕ ਫੀਲਡ ਵਿੱਚ ਕਰੰਸੀ ਵਾਸਤੇ ਜ਼ਿਆਦਾ ਵਰਤਿਆ ਜਾਂਦਾ। ਜਿਸ ਤਰ੍ਹਾਂ ਮਾਇਆ ਗੋਲਕ ਵਿੱਚ ਪਾਓ ਜੀ, ਮਾਇਆ ਦੇ ਕੇ ਰਸੀਦ ਜ਼ਰੂਰ ਪ੍ਰਾਪਤ ਕਰੋ ਜੀ। ਪਰ ਉਂਝ ਗੁਰੂ ਰੂਪ ਸਾਧ ਸੰਗਤ ਜੀ, ਜਿਹੜਾ ਮਾਇਆ ਸ਼ਬਦ ਹੈ, ਇਹ ਗੁਰਬਾਣੀ ਵਿੱਚ ਸਾਰੇ ਰਿਜਕ ਵਾਸਤੇ ਵੀ ਮਾਇਆ ਸ਼ਬਦ ਵਰਤਿਆ ਗਿਆ ਹੈ। ਮੁੱਕਦੀ ਗੱਲ ਇਹ ਹੈ ਵੀ ਜਿਸ ਕਿਸੇ ਵੀ ਵਸਤੂ ਵਿੱਚ ਜਾਂ ਕਿਸੇ ਜਿਉਂਦੇ ਜੀਵ ਵਿੱਚ ਸਾਡੀ ਸੁਰਤ ਇੰਨੀ ਖੁੱਭ ਜਾਏ, ਸਾਨੂੰ ਉਹਦੇ ਨਾਲ ਇੰਨਾ ਜ਼ਿਆਦਾ ਪਿਆਰ ਪੈ ਜਾਏ, ਉਹ ਕੋਈ ਜਾਨਦਾਰ ਵੀ ਹੋ ਸਕਦੀ ਹੈ, ਬੇਜਾਨ ਵੀ ਹੋ ਸਕਦੀ ਹੈ। ਕਿਉਂਕਿ ਇਤਨੀ ਕੁ ਗੱਲ ਹੈ ਵੀ ਇਹ ਮਾਇਆ ਜਿਤ ਹਰ ਵਿਸਰੈ, ਹਰ ਵਿਸਰੈ। ਯਾਨੀ ਜਟਕੀ ਬੋਲੀ 'ਚ ਇੱਦਾਂ ਕਹੀਏ ਵੀ ਜਿਹੜੀ ਵਸਤੂ ਸਾਨੂੰ ਸਾਡਾ ਟਾਰਗੇਟ ਭੁਲਾਦਾ ਹੈ, ਜੀਵਨ ਦਾ ਪ੍ਰਯੋਜਨ ਭੁਲਾਦਾ ਹੈ, ਉਹ ਜਾਨਦਾਰ ਵੀ ਹੋ ਸਕਦੀ ਹੈ। ਉੱਥੇ ਲੁਧਿਆਣੇ ਇੱਕ ਘਟਨਾ, ਇੱਕ ਕਪਲ ਜੋੜਾ ਰੋਜ਼ ਉਹ ਸੇਵਾ ਕਰਨ ਆਉਂਦਾ, ਸਿਮਰਨ ਕਰਦਾ, ਕਥਾ ਕੀਰਤਨ ਵਿੱਚ ਜੁੜਦਾ। ਪਿਛਲੇ 10-15 ਸਾਲ ਤੋਂ ਪੁੱਤਰ ਦੀ ਦਾਤ ਨਹੀਂ ਸੀ ਮਿਲੀ, ਔਰ ਜਦੋਂ ਦੁੱਖ ਹੋਵੇ ਨਾ, ਉਦੋਂ ਰੱਬ ਜ਼ਿਆਦਾ ਯਾਦ ਆਉਂਦਾ ਹੈ। ਸੱਚ ਤੇ ਅਸੀਂ ਆਉਂਦੇ ਹੀ ਦੁੱਖਾਂ ਵਿੱਚ ਹਾਂ। ਕਬੀਰ ਦੁੱਖ ਮੈਂ ਸਿਮਰਨ ਸਭ ਕਰੈ ਹੈ, ਸੁਖ ਮੈਂ ਕਰੈ ਨਾ ਕੋਏ, ਜੋ ਸੁਖ ਮੈਂ ਸਿਮਰਨ ਕਰੈ ਦੁੱਖ ਕਾਹੇ ਕੋ ਹੋਏ। ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, 15 ਵਰ੍ਹਿਆਂ ਬਾਅਦ ਪੁੱਤਰ ਘਰ ਵਿੱਚ ਜਨਮ ਲਿਆ, ਪੁੱਤਰ ਹੋ ਗਿਆ। ਹੁਣ ਜਿਹੜੀ ਬੀਬੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ, ਉਹਦੇ ਲਈ ਤੇ ਜ਼ਰੂਰੀ ਸੀ ਵੀ ਉਹ 2 ਦਿਨ 4 ਦਿਨ 10 ਦਿਨ ਮਹੀਨਾ ਆਰਾਮ ਕਰਦੀ। ਉਦੋਂ ਮਗਰੋਂ ਉਹਨੇ ਬੱਚੇ ਨੂੰ ਸੰਭਾਲਣਾ ਵੀ ਸੀ, ਆਖਰ ਉਹਦੀ ਪਰਵਰਿਸ਼ ਵੀ ਕਰਨੀ ਸੀ। ਤੋ ਖੇਚਲ ਬੇਟੀਆਂ ਜਿਹੜੀਆਂ ਅੱਗੋਂ ਬੱਚਿਆਂ ਨੂੰ ਜਨਮ ਦਿੰਦੀਆਂ ਨੇ, ਉਦੋਂ ਜਨਮ ਵੇਲੇ ਉਹਨਾਂ ਦੀ ਖੇਚਲ ਹੋਰ ਵੱਧ ਜਾਂਦੀ ਹੈ, ਸਰੀਰ ਵਿੱਚ ਵੀਕਨੈਸ ਆ ਜਾਂਦੀ ਹੈ। ਛੋਟਾ ਬੱਚਾ ਹੈ, ਉਹਨੇ ਪਤਾ ਨਹੀਂ ਕਦੋਂ ਹਾਜਤ ਕਰ ਦੇਣੀ ਹੈ, ਉਹਦਾ ਵਾਰ-ਵਾਰ ਬਸਤਰ ਬਦਲਨੇ ਨੇ,
ਉਹਨੂੰ ਦੁੱਧ ਪਿਆਣਾ ਇਤਿਆਦ। ਪਰ ਉਹ ਸਰਦਾਰ ਜੀ ਵੀ ਗੁਰਦੁਆਰਿਓਂ ਆਉਣੋਂ ਹਟ ਗਏ। 10 ਦਿਨ ਲੰਘ ਗਏ, 20 ਦਿਨ ਲੰਘ ਗਏ, ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, ਚਰਚਾ ਹੋਈ ਬਈ ਉਹ ਗੁਰਮੁਖ ਪਿਆਰੇ ਤੇ ਆਉਣੋਂ ਹੀ ਹਟ ਗਏ ਨੇ। ਹੁਣ ਇਹ ਕੀ ਹੋਇਆ? ਗੱਲ ਸਮਝਣ ਲਈ ਮੈਂ ਅਰਜ਼ ਕੀਤੀ ਹੈ। ਮਾਇਆ ਕੀ ਹੈ? ਪੁੱਤਰ ਮਾਇਆ ਬਣ ਗਿਆ, ਕਿਉਂਕਿ ਪੁੱਤਰ ਨੇ ਪ੍ਰਯੋਜਨ ਭੁਲਾ ਦਿੱਤਾ। ਤੋ ਮੈਂ ਗੱਲ ਸਮਝ ਲਈ, ਮਾਇਆ ਆਖਰ ਹੈ ਕੀ? ਸਿਰਫ ਕਰੰਸੀ ਮਾਇਆ ਨਹੀਂ। ਕੋਈ ਵੀ ਚੀਜ਼ ਜਿਹੜੀ ਸਾਨੂੰ ਅਟਰੈਕਟ ਕਰਕੇ ਰੱਬ ਭੁਲਾਦਾ ਹੈ, ਗੁਰੂ ਭੁਲਾਦਾ ਹੈ, ਗੁਰੂਦੁਆਰਾ ਭੁਲਾਦਾ ਹੈ, ਉਹ ਮਾਇਆ ਹੋ ਨਿਬੜਦੀ ਹੈ। ਇੱਕ ਹੋਰ ਥਾਂ ਤੇ ਮਾਇਆ ਦੀ ਡੈਫੀਨੇਸ਼ਨ ਸੰਖੇਪ ਜੀ ਲਿਖੀ ਹੈ, ਮਾਇਆ ਨਾਮ ਗਰਭ ਜੋਨ ਕਾ। ਕਹਿੰਦੇ ਜਿਹੜਾ ਜਿਹੜਾ ਵੀ ਮਾਂ ਦੇ ਉਦਰ ਵਿੱਚ ਆਇਆ ਹੈ, ਮਾਇਆ ਉਹਦੇ ਤੇ ਗਲਬਾ ਪਾਏਗੀ। ਔਰ ਇਤਨੀ ਤਾਕਤਵਰ ਹੈ, ਕਹਿੰਦੇ ਨੇ ਵੀ ਆਪਣੇ ਆਪ ਵਿੱਚ ਕਹਿੰਦੇ ਕਹਾਂਦੇ ਲੋਕਾਂ ਨੂੰ ਮੋਦੜੇ ਮੁਸਿੱਟ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਵੀ ਇੱਕ ਨਿਰੰਕਾਰ ਨੂੰ ਛੱਡ ਕੇ, ਇੱਕ ਗੁਰੂ ਨੂੰ ਛੱਡ ਕੇ, ਇੱਕ ਕੋਟਨ ਮੈਂ ਨਾਨਕ ਕੋ ਗੁਰਮੁਖ ਪਿਆਰਿਆਂ ਨੂੰ ਛੱਡ ਕੇ ਮਾਇਆ ਨਾਲੋਂ ਵੱਧ ਕੇ ਕੋਈ ਵੀ ਤਾਕਤਵਰ ਨਹੀਂ ਹੈ। ਲਿਖਿਆ ਹੈ, ਸਰਪਨੀ ਤੇ ऊपर नहीं बलिया, बल बल तो बलिया, बल मैंने ताकत फौज। सरपनी ते ऊपर नहीं बलिया, कह लगे कितनी को बल वाली है? आखन लगे जिन ब्रह्मा विशन महादेव छलिया। इसलिए कोई कदी तिलक जाए डिग पे ना, मजाक ना डाओ, मजाक ना डाओ, क्योंकि बलवान बहुत है। इन्हें पता नहीं किनू मुदड़े मुंह सुट देना है। इन्ना ही कहिए कि अजय सो नाओ समुंदर में क्या जानो क्या होए। अजय मेरी अपनी किश्ती समुंदर विच है, कदों छल अंदर पानी दी आ जाए तो डुब जाए, भरोसा की है? किनारे ते लगेगी तो कोई फड़ मार लांगा, शेखी मार लांगा। अजय ते बड़ा गलत है कुछ कहना। हजूर कहते ने सरपनी ते ऊपर नहीं बलिया, जिन ब्रह्मा विशन महादेव छलिया। फिर अगले बोलना कहते मार मार सरपनी, ये अर्थ ने माया मारो मार करदी फिरदी। अच्छा, माया ते दिसदी हुई नहीं तो मारो मार किस तरह करदी है? जिहदे विच बैठ जाती है, जिहदे ते गलबा पा लैंदी है, वो फिर कला कला बंदा इस तरह जिवें उहदे पिछे सबूती भूंडां दी खखर लगी होवे, भज्जे ही फिरना, भज्जे ही फिरना, भज्जे ही फिरना। गुरमुखो, जिहदा वर्तमान ठीक नहीं, उहदे फ्यूचर दे बहुता ठीक होने की उम्मीद नहीं हो सकती। ये सारी जिहड़ी समस्या इत्थे है, सानू माइंड सैट करना पएगा। जे तुहाडा अज ठीक है तो कल ठीक हो सकता है। असल विच है की है? जीवन जांच है ना, एडजस्टमेंट है। माइंड सैट करना कित्थे करना है। हुण मैं बेनती करना हुन्ना, सिकंदर बारे अध्यापक ने पूछा भी बच्चों दसो हुण तक दुनिया विच सब तो वड्डा मूर्ख किहड़ा होया है? तो जिहड़ा बच्चा मेरे वर्गा नलैक सारिਆਂ तो पिछे बैठा ही ना, वो जोर जोर दी हाथ है, मैनू पुछो, मैनू पता है। अध्यापक कहने लगा दस। वो कहने लगा जी सब तो वड्डा मूर्ख जिहड़ा हुण तक होया सिकंदर होया। वो कहने लगा वो तो बड़ा वड्डा जरनैल सी, हाकम सी, तू उहनूं मूर्ख किवें कहना है? वो कहने लगा जी मैं तो उहदे बारे इन्ना कुछ पढ़िया सुनिया भी 32 33 34 साल की उम्र च मर गया, और जिन्ना चिर जिउंदा रहा वो लोकां नूं जितदा रहा, मुल्क जितदा रहा, लोकां नूं जितदा रहा। सवेरे घोड़े ते चढ़दा सी, वड वड के लोकां नूं सारे बूट भी लहू नाल लिबड़े, कपड़े भी भिजे होए, टोपी भी भिजी हुई, सारा दिन जिवें कसाई गावां कट्टदे ने, कट्टी जाना वड्डी जाना। शाम नूं थक्किया मांदिया नहा के कपड़े बदल के सौ जाना, सवेरे उठ के फिर जंग करन लग पैना। सारी दुनिया जितनी इस भावना नाल लड़ी तुरिया गया, लड़ी तुरिया गया, जिती गया जिती गया। जदों सारी दुनिया जित लांगा, आराम नाल इंजॉय करांगा, और उदों पहले संसार तो रुखसत हो गया। सच्ची मुच्ची मूर्ख सी। तो थोड़ा 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 नाल दी नाल इनू इंजॉय करो। अज ही इंजॉय करना शुरू कर दे।
ਛੋਟੀਆਂ ਛੋਟੀਆਂ ਖੁਸ਼ੀਆਂ ਸਾਡੀਆਂ ਖਿੜਕੀਆਂ ਨਾਲ ਟਕਰਾ ਕੇ ਵਾਪਸ ਚਲੀਆਂ ਜਾਂਦੀਆਂ। ਅਸੀਂ ਬਹੁਤ ਵੱਡੀ ਕਿਸੇ ਖੁਸ਼ੀ ਦੀ ਉਡੀਕ ਵਿੱਚ ਉਹਨਾਂ ਨੂੰ ਇਗਨੋਰ ਕਰ ਦਿੰਦੇ ਹਾਂ, ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਹ ਜੀਵਨ ਜਾਂਚ ਹੈ। ਹੋਰ ਕੋਈ ਮਿਲੀਅਨ ਟ੍ਰਿਲੀਅਨ ਡਾਲਰ ਦੀ ਲੋਟਰੀ ਹਰੇਕ ਦੀ ਨਹੀਂ ਲੱਗਦੀ, ਕਦੀ ਕਦਾਈ ਉਹ ਡਰਾਮੇਬਾਜ਼ੀ ਹੁੰਦੀ ਹੈ। ਸੈਟਿੰਗ ਕਰਨੀ ਪੈਂਦੀ ਹੈ, ਸੰਘਰਸ਼ ਕਰਨਾ ਪੈਂਦਾ, ਮਾਈਂਡ ਸੈੱਟ ਕਰਨਾ ਪੈਂਦਾ। ਨਹੀਂ ਤੇ ਫਿਰ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ। ਅੱਛਾ, ਇਹ ਦੋਹਰਾ ਵਾਰ ਕਿਸ ਤਰ੍ਹਾਂ ਕਰਦੀ ਹੈ? ਇਹ ਨਾ ਮਾਇਆ ਖੰਡਾ ਹੈ, ਖੰਡਾ। ਆ ਸ੍ਰੀ ਸ਼ਮਸ਼ੀਰਾਂ ਪਈਆਂ ਨਾ, ਇੱਕ ਪਾਸੇ ਧਾਰ ਹੈ, ਦੂਜੇ ਪਾਸੇ ਧਾਰ ਨਹੀਂ ਹੈ, ਪਰ ਖੰਡੇ ਨੂੰ ਦੋਵੇਂ ਪਾਸੇ ਧਾਰ ਹੁੰਦੀ ਹੈ। ਅੱਛਾ, ਦੋਵੇਂ ਪਾਸੇ ਧਾਰ ਕਿਵੇਂ ਹੁੰਦੀ ਹੈ? ਅਦੀਪ ਕਹਿੰਦਾ ਹੈ ਮਾਇਆ ਕੇ ਦੋ ਦਾਓ ਹੈ। ਇਹ ਦਵੱਲਾ ਮਾਰਦੀ ਹੈ ਬੰਦੇ ਨੂੰ। ਜਿਵੇਂ ਦਮੋਈ ਨਹੀਂ ਹੁੰਦੀ, ਸੱਪ ਦੇ ਤੇ ਇੱਕ ਪਾਸੇ ਹੁੰਦਾ ਨਾ ਮੂੰਹ, ਦਮੋਈ ਦੇ ਉਹਨੂੰ ਦੋ ਮੂੰਹ ਹੀ ਕਹਿੰਦੇ ਤਾਂ ਨੇ, ਦੋ ਪਾਸੇ ਮੂੰਹ ਹੈ। ਇਹਨੂੰ ਦੋ ਪਾਸੇ ਮੂੰਹ ਹੈ ਮਾਇਆ ਨੂੰ। ਡੰਗ ਬੜਾ ਡੂੰਗਾ ਮਾਰਦੀ ਹੈ। ਮਾਇਆ ਕੇ ਦੋ ਦਾਓ ਹੈ ਕਰੈ ਦੋਏ ਜੋ ਤਵਾਰ। ਕਹਿਣ ਲੱਗੇ ਜੀ ਕਿਸ ਤਰ੍ਹਾਂ ਐਕਸਪਲੇਨ ਕਰੋ, ਇਦਾਂ ਨਹੀਂ ਗੱਲ ਸਮਝ ਆਉਂਦੀ। ਕਹਿਣ ਲੱਗੀ ਆਵੇ ਤੋਂ ਬੌਰਾਏ ਨਾਰ। ਜਦੋਂ ਆਉਂਦੀ ਹੈ ਨਾ, ਬੰਦਾ ਹੰਕਾਰ ਚ ਆ ਜਾਂਦਾ। ਮਾਇਆ ਐਸੀ ਚੀਜ਼ ਹੈ ਸੰਗਤ ਜੀ, ਜੇ ਸਾਡੇ ਕੋਲ ਰਿਜ਼ਕ ਹੋਵੇ, ਮਨ ਦੀ ਮਾਇਆ ਹੋਵੇ, ਦਿਮਾਗ ਖਰਾਬ ਨਾ ਹੋਵੇ, ਸਮਝ ਲਓ ਨਿਰੰਕਾਰ ਦੀ ਬੜੀ ਬਖਸ਼ਿਸ਼ ਹੈ। ਵਰਨਾ ਮੈਂ ਤੇ ਵੇਖਿਆ ਜਦੋਂ ਆਉਂਦੀ ਹੈ ਹੰਕਾਰ ਆ ਜਾਂਦਾ। ਮਾੜੇ ਦੂੜੇ ਨੂੰ ਤੇ ਬੰਦਾ ਹੀ ਨਹੀਂ ਸਮਝਦਾ। ਸੱਚੇ ਪਾਤਸ਼ਾਹ ਬਾਣੀ 'ਚ ਵੀ ਕਹਿੰਦੇ ਨੇ, ਨਿਰਧਨ ਆਦਰ ਕੋਈ ਨਾ ਦੇ। ਸਾਡਾ ਪੈਰਾਮੀਟਰ ਕੀ ਆਦਰ ਦੇਣ ਦਾ? ਇਹਦੇ ਕੋਲ ਚੱਲ ਅਚਲ ਸੰਪत्ति ਕਿੰਨੀ ਹੈ। ਗਰੀਬ ਨੂੰ ਕੋਈ ਆਦਰ ਨਹੀਂ ਦਿੰਦਾ। ਉਹਦੇ 'ਚ ਲੱਖ ਗੁਣ ਹੋਣ, ਉਹ ਓਨੈਸਟ ਹੋਵੇ, ਉਹ ਮਿੱਠ ਬੋਲੜਾ ਵੀ ਹੋਵੇ, ਉਹਦੇ 'ਚ ਹੋਰ ਵੀ ਬੇਅੰਤ ਗੁਣ ਹੋਣ, ਪਰ ਪੈਸਾ ਨਾ ਹੋਵੇ। ਕਹਿੰਦੇ ਕੋਈ ਬੰਦਾ, ਇਹ ਵਿਚਾਰਾ ਕੰਧਾਂ 'ਚ ਵੱਜਦਾ ਫਿਰਦਾ, ਦਵਾਨੀ ਦਾ ਬੰਦਾ ਨਹੀਂਗਾ। ਪਰ ਇਹਨੂੰ ਗਾਰਡ ਨੂੰ ਕਹਿਣਗੇ ਬਾਹਰ ਛੱਡ ਕੇ, ਐਵੇਂ ਟਾਈਮ ਵੇਸਟ ਕਰ ਰਿਹਾ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ। ਅਮੀਰ ਨੂੰ ਪ੍ਰਸੰਨ ਕਰਨ ਦੇ ਗਰੀਬ ਬੜੇ ਯਤਨ ਕਰਦਾ, ਆਪਣੀ ਵਿੱਤ ਤੋਂ ਜ਼ਿਆਦਾ ਕੋਸ਼ਿਸ਼ ਕਰਦਾ। ਉਹ ਚਿੱਤ ਨਾ ਧਰੇ, ਉਹ ਧਿਆਨ ਹੀ ਨਹੀਂ ਦਿੰਦਾ ਵੀ ਇਹ ਕੀ ਕਹਿ ਰਿਹਾ। ਪਰਾਂ ਚਲੋ, ਪਰਾਂ ਚਲੋ, ਪਰਾਂ ਚਲੋ। ਜੋ ਸਰਧਨ ਨਿਰਧਨ ਕਹਿ ਜਾਏ, ਅਮੀਰ ਗਰੀਬ ਦੇ ਘਰ ਆ ਜਾਏ, ਉਹਨੂੰ ਵਿਚਾਰੇ ਨੂੰ ਬਿਠਾਉਣ ਲਈ ਜਗ੍ਹਾ ਨਹੀਂ ਮਿਲਦੀ। ਤੁਸੀਂ ਇੱਥੇ ਬੈਠੋ ਜੀ, ਇੱਥੇ ਬੈਠੋ ਜੀ, ਤੁਸੀਂ ਕੀ ਲਓਗੇ ਜੀ? ਤੁਸੀਂ ਥੋੜਾ ਜਿਹਾ ਜ਼ਰੂਰ ਲਓ ਜੀ। ਜੋ ਸਰਧਨ ਨਿਰਧਨ ਕਹਿ ਜਾਏ, ਦਿया आदर लिया बुलाए। जो निर्धन सरधन कह जाए, आगे बैठा पीठ फराए। अमीर गरीब दे घर जाए बड़ा मान, गरीब अमीर दे घर जाए मुंह मोड़ के बह जाता। कोई मेरे मित्र सन, मूल रूप से किसान फैमिली ਨੂੰ ਬਿਲੋਂਗ ਕਰਦੇ ਸਨ, ਪਰ ਸ਼ਹਿਰ ਆ ਗਏ ਲੁਧਿਆਣੇ, ਸਮਾਂ ਪਾ ਕੇ ਫਾਈਨੈਂਸ਼ਲੀ ਠੀਕ ਹੋ ਗਏ। ਇੱਕ ਬਹੁਤ ਵਧੀਆ ਪੌਸ਼ ਕਾਲੋਨੀ 'ਚ ਬੜੀ ਵੱਡੀ ਕੋਠੀ ਪਾ ਲਈ, ਕਾਰਾਂ ਆ ਗਈਆਂ, ਕਾਰੋਬਾਰ ਵੱਧ ਗਿਆ। ਮੈਂ ਕਿਸੇ ਕੰਮ ਕਰਕੇ ਉਹਨਾਂ ਦੇ ਘਰ ਗਿਆ ਸਾਂ। ਪਿੰਡੋਂ ਉਹਦਾ ਭਰਾ ਉਹਨੂੰ ਮਿਲਣ ਆ ਗਿਆ। ਉਹਨੇ ਚਾਦਰਾ ਬੱਧਾ ਹੋਇਆ, ਤੇੜ ਜਿਹੜੀ ਮੋਚੀਆਂ ਕੋਲ ਆਪਾਂ ਧੌੜੀ ਦੀ ਜੁੱਤੀ, ਕੁਰਮ ਦੀ ਜੁੱਤੀ, ਉਹ ਉਹਨੇ ਜੁੱਤੀ ਪਾਈ, ਇੱਕ ਥਾਂ ਤੇ ਟਾਂਕਾ ਵੀ ਲੱਗਾ ਆ, ਸਾਦਾ ਜਿਹਾ, ਮਤਲਬ ਮੋਢੇ ਤੇ ਪਰਨਾ ਰੱਖਿਆ। ਉਹ ਕਾਲੋਨੀ ਦਾ ਇੱਕ ਬੰਦਾ ਹੋਰ ਆ ਗਿਆ, ਬੈਠੇ ਗੱਲਾਂ ਬਾਤਾਂ ਕਰਨ ਲੱਗ ਪਏ। ਉਹ ਬਹਿ ਕੇ ਬ੍ਰਦਰ ਥੋੜਾ ਜਿਹਾ ਪਰਾਂ ਚਲਾ ਗਿਆ। ਉਹ ਕਹਿਣ ਲੱਗੇ ਇਹ ਕੌਣ ਹੈ? ਤੇ ਉਹ ਸੱਜਣ ਕਹਿਣ ਲੱਗਾ ਵੀ ਇਹ ਸਾਡੇ ਪਿੰਡੋਂ ਉੱਥੋਂ ਕੋਈ ਬੰਦਾ ਦੂਰੋਂ ਨੇੜੇ ਵਾਕਫ ਸੀ, ਇੱਥੇ ਆਇਆ ਸੀ। ਉਹਨੇ ਇਹ ਨਹੀਂ ਕਿਹਾ ਮੇਰਾ ਭਰਾ ਹੈ, ਹੱਦ ਤੱਕ ਹੋ ਜਾਏਗੀ, ਮੇਰੀ ਇਨਸਲਟ ਹੋ ਜਾਏਗੀ। ਪਰ ਉਹਨੂੰ ਭੋਲੇ ਨੂੰ ਇਹ ਨਹੀਂ ਪਤਾ ਜਿੱਦਣ ਮੁਸੀਬਤ ਪਈ ਨਾ, ਇਸ ਮੈਲਿਆਂ ਕੱਪੜਿਆਂ ਵਾਲੇ ਨਹੀਂ ਆ ਕੇ ਖਲੋਣਾ ਹੈ। ਇਹਨੇ ਡਾਕਟਰ ਨੂੰ ਕਹਿਣਾ ਵੀ ਕਿਹੜੀਆਂ ਕਿਹੜੀਆਂ ਦਵਾਈਆਂ ਮੈਡੀਕਲ ਸਟੋਰ ਤੋਂ ਲਿਆਉਣੀਆਂ ਨੇ, ਮੈਨੂੰ ਪਰਚੀ ਦਿਓ, ਮੈਂ ਭੱਜ ਕੇ ਲੈ ਆਵਾਂ। ਜਿਨ੍ਹਾਂ ਕੋਲ ਭਰਾ ਨੂੰ ਤੂੰ ਜਲੀਲ ਕੀਤਾ ਹੈ, ਉਹਨਾਂ ਚੋਂ ਕਿਸੇ ਨੇ ਨਹੀਂ ਆਉਣਾ। ਇਹ ਹਾਲ ਹੈ ਸਾਡਾ। ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦਾ ਨਾਮ ਨਾ ਹੋਈ। ਇਹ ਬਾਣੀਕਾਰਾਂ ਦੀ ਆਈਡੀਓਲੋਜੀ ਹੈ। ਉਹ ਕਹਿੰਦੇ ਗਰੀਬ ਉਹ ਹੈ ਜਿਹੜਾ ਨਾਮ ਨਹੀਂ ਜਪਦਾ। ਕਿਉਂ? ਅਸਲ ਧਨ ਨਾਮ ਨਾਲ ਜਾਣਾ ਹੈ।
ਇੱਥੇ ਕੋਈ ਅਮੀਰ ਹੈ ਗਰੀਬ ਹੈ ਜਾਣ ਲੱਗਿਆ ਇੱਥੇ ਛੱਡ ਜਾਣਾ, ਕਿਸੇ ਬਹੁਤਾ ਛੱਡ ਜਾਣਾ, ਕਿਸੇ ਥੋੜਾ ਛੱਡ ਜਾਣਾ। ਧਨ ਕਮਾਣਾ ਹੈ, ਜੌਬ ਕਰਨੀ ਹੈ, ਕਾਰੋਬਾਰ ਕਰਨਾ ਹੈ, ਇਹ ਨਹੀਂ ਕਰਨਾ। ਉਹਦੇ ਤੋਂ ਬਗੈਰ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ। ਸਾਨੂੰ 3 ਸੂਤਰੀ ਧਰਮ ਦੇਸ਼ ਜਿਹੜਾ ਗੁਰੂ ਨਾਨਕ ਨੇ ਦਿੱਤਾ, ਉਹਦੇ ਸਭ ਤੋਂ ਪਹਿਲਾ ਉਪਦੇਸ਼ ਇਹ ਸੀ ਵੀ ਧਰਮ ਦੀ ਕਿਰਤ ਕਰੋ। ਕਿਉਂ ਕਰੋ? 4 ਠੀਕਰੀਆਂ ਘਰ ਆਉਣ, ਤੁਸੀਂ ਫਕਰ ਨਾਲ ਵਧੀਆ ਢੰਗ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੋ। ਪਰ ਇੱਕ ਦੂਸਰਾ ਪੱਖ ਹੈ, बैलेंस बनाना है। माया के 2 दाव हैं, करे दोए जो तवार, आवे तो बौराए नर, जाए करे खुआर। आवे तो मनुख हंकारी हो जाता है, जाए तो कई बार हार्ट अटैक भी हो जाता है। मेरे नाल जी चीटिंग हो गई है, मेरे तो OTP मंगी, मैं दे दी थी, मेरा सारा खाता ही खाली हो गया, अगले दिन हॉस्पिटल पहुंचा होंगे। ਜਦੋਂ ਆਉਂਦੀ ਏ ਤੇ ਦਿਮਾਗ ਖਰਾਬ ਕਰ ਦਿੰਦੀ ਏ, ਜਦੋਂ ਜਾਂਦੀ ਏ ਤੇ ਮਨੁੱਖ ਨੀਮੋ ਚੂਣਾ ਜਿਹਾ ਹੋ ਜਾਂਦਾ। ਫਿਰ ਖੰਡਾ ਹੀ ਹੋਇਆ ਨਾ, ਦਮੂਈ ਹੋਇਆ ਨਾ, ਦੋਵੇਂ ਪਾਸੇ ਵਾਰ ਕਰਦੀ। ਜਾਏ ਕਰੇ ਖੁਆਰ, ਤੁਰੇ ਨਰ ਝੂਰ ਝੂਰ ਕੇ। ਜਦੋਂ ਜਾਂਦੀ ਏ ਤੇ ਝੁਰਦਾ ਹੈ, ਔਰ ਆਵੇ ਵੱਡੇ ਅਹੰਕਾਰ, ਤੁਰੇ ਨਰ ਘੂਰ ਘੂਰ ਕੇ, ਫਿਰ ਲੋਕਾਂ ਨੂੰ ਘੂਰਦਾ। ਬਿਨ ਵਿਚਾਰ ਦੁੱਖ ਕਾਰ ਸਾਰ ਸੰਤਨ ਫਰਮਾਇਆ। ਜਿੰਨਾ ਚਿਰ ਤੂੰ ਮਾਈਂਡ ਨਹੀਂ ਸੈੱਟ ਕਰਦਾ, ਜਿੰਨਾ ਚਿਰ ਤੈਨੂੰ ਜਿਉਣ ਦੀ ਜਾਚ ਨਹੀਂ ਆਉਂਦੀ, ਉਹਨਾਂ ਚਿਰ ਮਾਇਆ ਭਾਵੇਂ ਆਵੇ ਤੇ ਭਾਵੇਂ ਜਾਵੇ ਤੈਨੂੰ ਦੁਖੀ ਕਰੇਗੀ। ਬਿਨ ਵਿਚਾਰ ਦੁੱਖ ਕਾਰ ਆਵਤੀ ਜਾਤੀ ਮਾਇਆ, ਇਹ ਆਉਂਦੀ ਜਾਂਦੀ ਮਨੁੱਖ ਨੂੰ ਦੁਖੀ ਕਰਦੀ ਹੈ। ਪਰ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਇਦਾਂ ਲੱਗਦਾ ਹੈ ਵੀ ਜੋ ਆਇਆ ਹੈ ਮੇਰੀ ਯੋਗਤਾ ਤੋਂ ਜ਼ਿਆਦਾ ਆਇਆ, ਔਰ ਜੋ ਗਿਆ ਹੈ ਉਹ ਮੇਰੇ ਭਾਗਾਂ ਵਿੱਚ ਨਹੀਂ ਸੀ। मैं होर मेहनत करांगा, उदो साहे क्या निशानी, टोट ना आवे अन्नी। उद्यमी बंदे कोल कदी भी अन्न दी ते धन दी कमी नहीं आउंदी। संगत जी, बंदा असल विच हुंदा की है भी जिस तरह का काम करना चाहुंदा उस तरह का नहीं मिलता कई बारी। अदरवाइज रूहे जमीन ते 5 घंटे 10 घंटे 8 घंटे कोई भी हड्ड तत्ते करे, किसी भी कंट्री च करे, ਤੇ ਕੁੱਲੀ ਗੁੱਲੀ ਤੇ ਜੁੱਲੀ ਦਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਹੈ। ਪਰ ਜਿਆਦੇ ਦੀ ਉਡੀਕ ਵਿੱਚ ਛੋਟਾ ਕਰਨਾ ਨਹੀਂ, ਉੱਥੇ ਦਿੱਕਤ ਆਉਂਦੀ। ਹੁਣ ਵੇਖੋ, ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਵਸ ਤੇ ਤੁਸੀਂ ਘੁੰਗਣੀਆਂ ਵਾਲੀ ਸਾਖੀ ਸੁਣ ਕੇ ਸੁਣਾ ਕੇ ਕਸਾ ਦਿੰਦੇ ਹੋ। ਮਹਾਰਾਜ ਨੇ ਘੁੰਗਣੀਆਂ ਵੇਚੀਆਂ, ਮਹਾਰਾਜ ਨੇ ਘੁੰਗਣੀਆਂ ਵੇਚੀਆਂ। ਉਹ ਭਲੇ ਉਹਦੇ ਚ ਮੋਰਲ ਵੀ ਤੇ ਲਵੋ ਨਾ। माता पिता का इंतकाल हो गया, नानी बासर के लै गई, ना नानी कोल कोई परमानेंट इनकम सोर्स, ना दोतरे कोल परमानेंट इनकम। बड़े ध्यान नाल बेनती सुनियो, घुंगणियां वाली साखी च मैसेज की है? ते नानी दोतरा गल्लां करदे ने भी हुण की करांगे, गुजारा किवें चलेगा? नानी घर कुछ ते होवेगा, नहीं पुत्र कुछ भी नहीं, भंग पुजदी है। उन्हें हाथ हुथ मार के वेख्या, कह लगी थोड़ी कणक पई है, कह लगा नानी गल बन गई। फिर गल की है? घुंगणियां बना दियां। नानी ने घुंगणियां बना दित्तियां, दोतरे ने छाबे च पा के सिर ते रख, घुंगणियां लै लो, घुंगणियां लै लो। हौली हौली काम वध गया। प्यो कोल $2 लाख मुंडे नूं कुड़ी नूं देण वास्ते है नहीं, ते मुंडा कहंदा भी 2 लाख तो बिना कारोबार नहीं शुरू। फिर घुंगणियां वाली साखी नूं क्यों सुणदे सुणांदे हो? क्यों कहंदे हो समथिंग इज बैटर दैन नथिंग? घुंगणियां वाली साखी विच मॉरल यही है बई छोटे तो शुरू कर लै। बाबे रविदास की बाणी लिख दी, लोगों दीयां जुत्तियां गंढदे ने, और जो उहदा दिल करदा है जान लगे सुट जाते हैं। ये तो नहीं कहा भी तू फाइनैंशियली साउंड नहीं, तेरी बाणी नहीं लिखनी। मॉरल ने इन्हां कहानियां दे, इन्हां साखियां दे, इन्हां स्टोरीज दे। गुरमुख कोल बहुती आवे ते कहंदा तेरी बख्शिश है, थोड़ी आवे कहंदा मेरी योग्यता तो ज़्यादा है, जावे ते कहंदा मेरे भागां च नहीं सी, तेरी रजा विच जो होया ठीक है। उंज माया बुरी नहीं। बड़े ध्यान नाल बेनती सुननी, वर्डिंग जिहड़ी है, माया नहीं मारदी, माया दी हिरस मारदी है। हिरस ठेठ पंजाबी का शब्द है हिरस, हिरस रखनी। इस काम विच मैनूं इन्ने प्राप्त होणगे नहीं, ये बिल्कुल ना इदां सोचो। ये काम जिन्ना बाखूबी कर सकने करो, फिर देखांगे इहदे विच की आउंदा है। और जो आवेगा
ਉਹਦੇ ਵਿੱਚ ਤ੍ਰਿਪਤ ਹੋ ਜਾਣਾ। ਇਹ ਹੈ ਰਿਲੈਕਸ ਹੋਣ ਦਾ ਤਰੀਕਾ। ਸਾਡੀ ਪ੍ਰੋਬਲਮ ਕੀ ਹੈ, ਅਸੀਂ ਟਾਰਗੇਟ ਬਣਾ ਲੈਂਦੇ ਹਾਂ, ਜੇ ਉਹਨਾਂ ਪ੍ਰਾਪਤ ਹੋ ਗਿਆ ਤਾਂ ਸਰਪ੍ਰਾਈਜ਼ ਤਾਂ ਹੈ ਕੋ ਨਹੀਂ, ਨਾ ਹੋਇਆ ਤੇ ਹਾਰਟ ਹੋ ਜਾਣਾ। ਹਿਰਸ ਨਹੀਂ ਕਰਨੀ। ਜਿਵੇਂ ਗੀਤਾ 'ਚ ਕਹਿੰਦੇ ਨਾ ਵੀ ਕਰਮ ਕਰ, ਫਲ ਦੀ ਇੱਛਾ ਨਾ ਰੱਖ। ਕਿਉਂ? ਕਿਉਂਕਿ ਫਲ ਤੇ ਮਿਲਣਾ ਹੀ ਮਿਲਣਾ ਹੈ ਨਾ। ਤੇਰੇ ਹੱਥ ਵਿੱਚੋਂ ਜਿਹੜੇ ਕਣਕ ਦੇ ਦਾਣੇ ਪੈਲੀ 'ਚ ਵਾਹੀ ਹੋਈ 'ਚ ਡਿੱਗ ਪਏ, ਹੁਣ ਉਹਨੂੰ ਜਾ ਕੇ ਕੰਨ 'ਚ ਥੋੜਾ ਕਹਿਣਾ ਵੀ ਤੂੰ ਉੱਗ, ਵੱਡਾ ਹੋ, ਸਿੱਟਾ ਲੱਗ ਜਾਏ, ਦਾਣਾ ਪੈ ਜਾਏ। ਜਿਹੜਾ ਡਿੱਗ ਪਿਆ ਉੱਗ ਪਿਆ। ਤੂੰ ਕਰਮ ਕਰ ਔਰ ਬੜੀ ਮਿਹਨਤ ਨਾਲ, ਬੜੇ ਸਲੀਕੇ ਨਾਲ ਉਹਨੂੰ ਬੜਾ ਦਿਲੋਂ ਕਰ, ਉਹਨੇ ਆਪਣੇ ਆਪ ਫਲੀਭੂਤ ਹੋ ਜਾਣਾ। ਸੋ ਮਾਇਆ ਨਹੀਂ ਮਾੜੀ, ਮਾਇਆ ਦੀ ਹਿਰਸ ਮਾੜੀ ਹੈ। ਮਾਇਆ ਆ ਗਈ ਹੈ ਤੇ ਹੁਣ ਡਿਪੈਂਡ ਕਰਦਾ ਵੀ ਅਸੀਂ ਉਹਦਾ ਸਦਉਪਯੋਗ ਕਰਨਾ ਹੈ ਕਿ ਦੁਰਉਪਯੋਗ ਕਰਨਾ ਹੈ। ਸਭ ਤੋਂ ਵੱਡੀ ਸਿਆਣਪ ਹੈ ਇਸ ਮਾਇਆ ਦੀ ਕਿ ਇਹਦੇ ਨਾਲ ਅਸੀਂ ਆਪਣੇ ਸਰੀਰ ਦਾ ਪਾਲਣ ਪੋਸ਼ਣ ਕਰੀਏ। ਸਭ ਤੋਂ ਪਹਿਲੀ ਰਿਕੁਆਇਰਮੈਂਟ ਹੈ। ਇਹਦੇ ਵਾਸਤੇ ਵਧੀਆ ਘਰ, ਵਧੀਆ ਖੁਰਾਕ, ਜੇ ਢਿੱਲੇ ਮੱਠੇ ਹੋ ਜਾਈਏ ਤੇ ਕੁਆਲਿਟੀ ਮੈਡੀਸਿਨ। ਮੈਨੂੰ ਹੁਣ ਤੱਕ ਇਹ ਸਮਝ ਆਈ ਹੈ, ਜਾਨ ਹੈ ਤੇ ਜਹਾਨ ਹੈ। ਨਹੀਂ ਤੇ 5-7 ਦਿਨੀ ਕਿਲੋ ਕੁਸੇ ਸਰਾਣੇ ਰੱਖ ਕੇ ਨਾ ਆ ਜਾਣਾ ਕਰਨਾ। ਨਾਈ ਪਈ ਹੈ ਡੈਡੀ ਕੋਲ ਹੀ, ਜੇ ਖਾਣੇ ਹੋਏ ਤੇ ਖਾ ਲਿਆ ਜੇ। ਅਸੀਂ, ਸਾਡੀ ਕਮਿਊਨਿਟੀ ਮਿਸਟੇਕ ਕੀ ਕਰਦੀ ਹੈ, ਮੈਨੂੰ ਖਿਮਾ ਕਰ ਦੇਣਾ, ਅਸੀਂ ਇੱਕ ਪੀਰੀਅਡ ਹੁੰਦਾ ਆਪਣੀ ਪੂਰੀ ਲਾਈਫ ਬੱਚਿਆਂ ਵਾਸਤੇ ਝੋਕ ਦਿੰਦੇ ਹਾਂ, ਔਰ ਜਦੋਂ 20-22 ਸਾਲਾਂ ਦੇ ਹੋ ਕੇ ਥੋੜੇ ਸਟੈਂਡ ਹੋ ਕੇ ਪਾਸੇ ਹੋ ਜਾਂਦੇ ਨੇ, ਉਦੋਂ ਫਿਰ ਬਿਲਕੁਲ ਟੁੱਟ ਜਾਂਦੇ ਆ ਵੀ ਇਹਨਾਂ ਤੋਂ ਤੇ ਬੜੀਆਂ ਉਮੀਦਾਂ ਲਾਈਆਂ ਸਨ, ਇੱਦਾਂ ਕਰਾਂਗੇ, ਜੁਆਇੰਟ ਫੈਮਿਲੀ, ਦੂਜਾ ਤੀਜਾ। ਨਹੀਂ, ਇਹਨੂੰ ਨਾਲ ਥੋੜਾ ਥੋੜਾ ਇੰਜੋਏ ਕਰਦੇ ਜਾਓ। ਆਪਣੇ ਵਾਸਤੇ ਵੀ ਜੀਓ ਥੋੜਾ ਜਿਹਾ, ਸੰਸਾਰ ਵਾਸਤੇ ਵੀ ਜੀਓ, ਪਰਿਵਾਰ ਵਾਸਤੇ ਵੀ ਜੀਓ, ਪਰ ਆਖਰ ਆਪਣੇ ਵਾਸਤੇ। ਤੁਸੀਂ ਵੀ ਕੋਈ ਚੀਜ਼ ਹੋ, ਤੁਸੀਂ ਪਰਮਾਤਮਾ ਦੀ ਅੰਸ਼ ਹੋ। ਸੋ ਜਿਨ੍ਹਾਂ ਦਾ ਸਮਾਂ ਵਿਆਜ ਗਿਆ ਉਹਨਾਂ ਦਾ ਤੇ ਵਿਆਜ ਗਿਆ, ਪਰ ਜਿਨ੍ਹਾਂ ਕੋਲ ਅਜੇ ਮੌਕਾ ਹੈ ਉਹ ਆਪ ਵੀ ਜੀ ਕੇ ਵੇਖੋ। ਦਮੜਾ ਤਿਸੀ ਕਾ ਜੋ ਖਰਚੇ ਔਰ ਖਾਏ, ਨਾਲ ਉਹਨੂੰ ਉਹਦਾ ਸੁੱਖ ਲਵੇ। ਨਹੀਂ ਤੇ ਫਿਰ ਸਿਕੰਦਰ ਵਰਗੇ ਵੀ ਚਲੇ ਗਏ, ਕਾਰੂ ਬਾਦਸ਼ਾਹ ਵਰਗੇ ਵੀ ਤੁਰ ਗਏ। ਮਾਇਆ ਮੋਹ ਜਗ ਭਰਮਿਆ। ਮੋਹ ਸ਼ਬਦ ਰੋਜ਼ ਯੂਜ਼ ਹੁੰਦਾ। ਭਰਮਿਆ ਮੀਨਜ਼ ਮਿਸਅੰਡਰਸਟੈਂਡਿੰਗ। ਮਿਸਅੰਡਰਸਟੈਂਡਿੰਗ ਕੀ? ਜਿਨ੍ਹਾਂ ਨੇ ਤੁਹਾਡੇ ਚੋਂ ਟ੍ਰੇਨ ਤੇ ਸਫ਼ਰ ਕੀਤਾ ਨਾ ਇੰਡੀਆ, ਇੱਥੇ ਤੇ ਟ੍ਰੇਨਾਂ ਦੀ ਪਰੰਪਰਾ ਹੀ ਨਹੀਂ। ਜਾਂ ਤੇ ਆਪਣੀ ਵਹੀਕਲ ਤੇ ਜਾਓ ਜਾਂ ਫਿਰ ਪਲੇਨ ਤੇ ਜਾਓ। ਟ੍ਰੇਨ ਵਿੱਚ ਸਫ਼ਰ ਕਰਦਿਆਂ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਵੀ ਕਿਸੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਟ੍ਰੇਨ ਰੁਕੇ ਨਾ, ਤੇ ਸਾਥੀ ਕਵੇ ਵੀ 2 ਘੰਟੇ ਬਾਅਦ ਟ੍ਰੇਨ ਰੁਕੀ, ਹੁਣ ਪਤਾ ਨਹੀਂ ਕਦੋਂ ਰੁਕਣੀ ਹੈ, ਚਲੋ ਮੈਂ ਹੇਠੋਂ ਕੁਛ ਲੈ ਕੇ ਆਉਣਾ, ਨਿਊਜ਼ਪੇਪਰ ਲੈ ਕੇ ਆਉਣਾ, ਕੌਫੀ ਲੈ ਆਉਣਾ, ਕੇਲੇ ਲੈ ਆਉਣਾ, ਇਹ ਲੈ ਆਉਣਾ, ਉਹ ਲੈ ਆਉਣਾ। ਤੇ ਜਿਹੜਾ ਬੈਠਾ ਹੈ ਨਾ ਸਮਾਨ ਕੋਲ, ਉਹ ਵੇਟ ਕਰਦਾ ਵੀ ਆ ਜਾਏ। ਇੰਨੀ ਦੇਰ ਨੂੰ ਸਾਨੂੰ ਲੱਗਦਾ ਵੀ ਉਹ ਹੋ ਤੇ ਆਇਆ ਨਹੀਂ, ਟ੍ਰੇਨ ਚੱਲ ਗਈ ਹੈ। ਪਰ ਜਦੋਂ ਅਸੀਂ ਗਰਦਨ ਘੁਮਾ ਕੇ ਪਲੇਟਫਾਰਮ ਵੱਲ ਵੇਖਦੇ ਹਾਂ ਤੇ ਸਾਨੂੰ ਪਤਾ ਲੱਗਦਾ ਵੀ ਟ੍ਰੇਨ ਨਾਲ ਵਾਲੀ ਚੱਲੀ ਹੈ, ਤੇ ਭੁਲੇਖਾ ਇਹ ਪਿਆ ਵੀ ਮੇਰੀ ਟ੍ਰੇਨ ਸਰਕ ਗਈ ਹੈ। ਅੱਖਾਂ ਦਾ ਭੁਲੇਖਾ। ਠੀਕ ਇਸ ਤਰ੍ਹਾਂ ਦਾ ਇੱਕ ਭੁਲੇਖਾ ਹੈ ਵੀ ਆ ਮੇਰੀ ਬੇਟੀ ਹੈ, ਆ ਮੇਰਾ ਬੇਟਾ ਹੈ, ਆ ਮੇਰੀ ਦੁਕਾਨ ਹੈ, ਮੇਰਾ ਮਕਾਨ ਹੈ, ਮੇਰੀ ਪਤਨੀ ਹੈ, ਮੇਰਾ ਪਤੀ ਹੈ। ਯਕੀਨ ਜਾਣਿਓ, ਮਾਧਵੇ ਕਿਆ ਕਹੀਏ ਭਰਮ ਐਸਾ। ਭਰਮ ਦੀ ਪਰਿਭਾਸ਼ਾ ਕੀ ਹੈ ਗੁਰਬਾਣੀ 'ਚ, ਡੈਫੀਨੇਸ਼ਨ ਕੀ ਹੈ? ਮਾਧਵੇ ਕਿਆ ਕਹੀਏ ਭਰਮ ਐਸਾ। ਭਰਮ ਇਦਾਂ ਦਾ ਹੁੰਦਾ। ਮਹਾਰਾਜ ਕਿੱਦਾਂ ਦਾ ਹੁੰਦਾ? ਹੁਣ ਇਹ ਸ਼ਬਦ ਬੜੀ ਗੌਰ ਨਾਲ ਸਮਝਣ ਨਾਲ ਕਹਿਣ ਲੱਗੇ, ਜੈਸਾ ਮਾਨੀਏ, ਜੋ ਅਸੀਂ ਮੰਨੀ ਬੈਠੇ ਆ, ਜਿਸ ਤਰ੍ਹਾਂ ਅਸੀਂ ਪ੍ਰਪੇਰ ਹਾਂ, ਹੋਏ ਨਾ ਤੈਸਾ। ਉਹ ਨਹੀਂ ਹੈ। ਜੋ ਅਸੀਂ ਸਮਝੀ ਬੈਠੇ ਆ ਉਹ ਨਹੀਂ ਹੈ, ਔਰ ਜੋ ਹੈ ਉਹ ਸਾਡੀ ਸਮਝ ਵਿੱਚ ਨਹੀਂ ਹੈ। ਇਤਨੀ ਕੋਈ ਗੱਲ ਹੈ ਬਸ। ਨਰਪਤ ਏਕ ਸਿੰਘਾਸਨ ਸੋਇਆ। ਦਰਬਾਰ ਲੱਗਾ ਆ, ਫੈਸਲੇ ਹੋ ਰਹੇ ਨੇ, ਰਾਜਾ ਤਖਤ ਤੇ ਬੈਠਾ ਹੈ, ਬਹਿਸ ਹੋ ਰਹੀ ਹੈ ਸਾਹਮਣੇ। ਉਹ ਬੈਠਿਆਂ ਬੈਠੇ ਅੱਖ ਲੱਗ ਗਈ। ਲੱਗੀ ਅੱਖ ਵਿੱਚ ਹੋਰ ਜਨਮ ਹੋ ਗਿਆ, ਵੱਡਾ ਹੋ ਗਿਆ, ਗਰੀਬ ਹੈ, ਮੰਗਤਾ ਬਣ ਗਿਆ। ਇੱਕ ਦਰ ਅੱਗੇ ਅਲਖ ਜਗਾਈ, ਬੀਬੀ ਆਟਾ ਪਾ ਦਿਓ। ਉਹਨਾਂ ਨੇ ਝਿੜਕ ਮਾਰੀ। ਇੰਨੇ ਦੇਰ ਨੂੰ ਵਜ਼ੀਰ ਨੇ ਮੋਢੇ ਤੋਂ ਫੜ ਕੇ ਲਾਇਆ, ਹਜ਼ੂਰ ਉੱਠੋ, ਦਰਬਾਰ ਲੱਗਾ ਹੈ। ਅੱਖਾਂ ਖੋਲ ਕੇ ਵੇਖਿਆ ਵੀ ਇੱਥੇ ਮੈਂ ਰਾਜਾ ਵਾਂ ਤੇ ਉੱਥੇ ਮੈਂ ਭਿਖਾਰੀ ਸਾਂ।
इस तरह जदों गाफलता की नींद च असी सौ जाने आ, फिर इस संसार सानू सच्चा पासदा है, वरना सानू सुपना लगता है। असल में ये सुपना है। जग जीवन ऐसा, महाराज जग जीवन कैसा, हजूर कहते ने सुपने जैसा, सुपने जैसा। संगत जी, किसी चक्रवर्ती सम्राट का इकलौता बच्चा अकाल चलाना कर गया। गल समझण वास्ते, जग जीवन ऐसा सुपने जैसा, अकाल चलाना कर गया। तो जदों अकाल चलाना किया, उदों राजा ते राणी दोवें सराणे बैठे सन। पिछले 10-15 साल तो ट्रीटमेंट चल रहा सी। हौली हौली वैद हथ खड़े करके चले गए सन। कह दिता सी उन्होंने भी जिन्ने कु दिन सेवा हुंदी है कर लो, हुण इन्हें बचना नहीं। कदी चम्मच नाल मूँह च पानी पाते ने, कदी नपदे कुटदे ने, और समय का पहिया अपनी चाले चलता रहा। एक दिन बैठिया बैठिया एक पासे राजा बैठा है, राणी बैठी है। राजे नूं बैठे बैठे नूं अख लग गई, ते लगी अख दे विच सुपना चल गया। सुपने विच किसी भरे पूरे परिवार च जन्म हो गया, पुत्र का जन्म होया, दूजा तीजा चौथा पंजवां 6 पुत्र 2 धीआं, विआह हो गए। सुपने की टाइमिंग छेती छेती चलती है ना। घर विच समागम है, कुर्सी ते चढ़ के बैठा है, 6 पुत्र 6 नूहां धीआं जवाई, दोतरे दोतरियां, पोतरे पोतरी, शरीका बरादरी, नगर दे लोग पहला आके इहदी गोडी हथ लांदे ने, फिर चाह पानी वाले पासे जांदे ने। उधरों बच्चे की मौत हो गई तो राणी की चीख निकल गई। चीख वजन नाल राजे की नींद टुट गई, तो नींद टुटन नाल सुपना भी टुट गया। राणी कहन लगी जी भाणा वरत गया, जे पुत्र चढ़ाई कर गया। बड़ी हसरत भरी निगाह नाल मरे हुए बच्चे नूं देखदा है। ते राणी कहती है मैं की क्या जे, पुत्र चढ़ाई कर गया जे। वो कहना मैं सुन लिया है, हद हो गई है, तेनू समझ आ गई है, तेरियां अखां गिल्लियां नहीं हुईयां, तेरी भुब क्यों नहीं निकली, रोंदा क्यों नहीं। मैं रोन नूं जस्टिफाई नहीं कर रहा, कहानी समझण लई, रोंदा क्यों नहीं। उस राजे ने बड़ी पायेदार गल कही सी। कह लगा राणी मेरा दिल करदा रोण, तो मैनू दस इनू रोवां कि उन्हां नूं रोवां। कह लगी उन्हां नूं किन्हां नूं। कह लगा राणी यकीन जानी मैं रीयल लाइफ विच कदी इन्ना आनंद नहीं लिया जिन्ना मैं एक छोटे जे सुपने विच आनंद लिया। काश मेरा सुपना ना टुटदा, मैं थोड़ा जिहा होर आनंदित हो लैंदा। मेरा उस सुपने वाले परिवार नूं वेख के भी रोण ते दिल करदा है, मेरा इस पुत्र नूं वेख के भी रोण ते दिल करदा है। ये दस बई पहला इनू रोवां कि उन्हां नूं रोवां। पिछों दरवेश लंघ रहा सी, वो कहण लगा राजन ना उन्हां नूं रो ना इन्हां नूं रो, क्योंकि एक जागदियां दा सुपना है, एक सुत्तियां दा सुपना है, दोवें सुपने ने, यथार्थ कुछ भी नहीं। ज्यों सुपना अर पेखना तैसे जग को जान, जग जीवन ऐसा, जग जीवन कैसा, हजूर कह लगे सुपने जैसा। जीवन सुपन समानंग पर साच कर हम गांठ दीनी छोड़ परम निधान। असी इनू सच्चा समझ के घुट के गंढ दे लईए, परम निधान नू छड़ दिता, संसार नू सदीवी समझ के पक्की गंढ दे लईए। इनू वेख के इंजॉय करना है, आनंद लेना है, पर थोड़ी जी विच विचाले वाली गल है, समझण वाली है, इंप्लीमेंट हो सकती है जे समझ लो। तो मतलब हौली 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 सहजे सहजे पकड़ ढिली करते जाना है। परिवार दी, संसार दी पकड़ ढिली करते जाना, ढिली करते जाना। प्रिपेयर करना भी किसी वेले भी कुछ हो सकता है। कोई परिवारक मैंबर अचानक छड्ड के जा सकता, जां मैं सारिਆਂ ਨੂੰ छड्ड के जा सकना, फिर उदों असी हार्ट नहीं होवांगे। क्या जाना किव मरेंगे, कैसा मरना होए, जेकर साहिब मनो ना विसरै तां सहला मरना होए। मैं विच विच तां बेनती करना भी इत्थे ग्लैमर नहीं है, ये थोड़ा शुरू शुरू च ड्राई विशा लगता है। इत्थे मरण दीयां गल्लां ने, इत्थे छड्डण दीयां गल्लां ने, सो थोड़ा जिहा शुरू शुरू च वो हार्ट कर दियां ने, पर यह सच्चाई है, ये यथार्थ है, ये होके ही रहना है। एक शिव पए एक गए एक फेर पए, रामचंद्र कृष्ण के अवतार भी अनेक हैं, मोन दी मदार केते अश्वनी अवतार केते, अंसा अवतार केते काल बस पए हैं, ब्रह्मा और विष्णु केते गणे ना परत केते,
भूमि ते होए कह फिर भूमि ही समय है। कितने रामचंद्र, कितने कृष्ण, कितने बुद्ध, कितने होर, पता ही नहीं कितने को आए, जितने आए सब चले गए। जो उपजो सो ये नियम है, यूनीवर्सल ट्रुथ है, जाना पैना है। पर यह गल चंगी नहीं ना लगती, कोई मौत की गल करे बंदा हार्ट होंदा है, भाई चंगियां गल्लां कर, तू किदां दियां गल्लां करन दिया, मरन ते किहदा दिल करदा। सो माया माड़ी नहीं, माया दी हिरस माड़ी है, माया दा बैलेंस बनाना है। माया कमानी है सिख ने, ਉਹਦਾ सदुपयोग किस तरह करना है। माया तो बिना तो कुछ चलता ही नहींगा। किसी इंसान का घर माया तो बिना, साडे प्रचारक वर्ग माया 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 करी जाते। किसी प्रचारक नूं कोई एयरलाइन फ्री टिकट देंदी है? पहला ढेरी करांदे ने टेबल ते, रख इत्थे 2 लाख, रख 1.5 लाख जे रिटर्न दी लैनी है। माया तो बिना किसी का घर नहीं चलता, इंसान का भी नहीं चलता, भगवान का भी नहीं चलता। इसलिए गुरु नानक ने गल इत्थों शुरू की, धर्म की किरत करो, मिंज धन कमाओ ईमानदारी नाल, वंड छको ते नाम जपो। बैलेंस उन्होंने किवें करना है? माया मोह जग भरमिया घर मूसै खबर ना होए। जे जाच नहीं आई फिर आत्मक जीवन नूं ये लुटदी है। बाणी नहीं पढ़न देंदी, सिमरन नहीं करन देंदी, गुरुद्वारे नहीं आउण देंदी। तुसीं बहुत सारे लोग वेखे होणगे संगत जी, इत्थे आके चौंकड़ी को नहीं वजदी उन्हां दी, गोडे खड़े करके बैठे। पता क्यों? यूज टू ही नहीं। संगत विच रोज आवो, हैबचल होवो तो चौंकड़ी वजे। घर आए सोफे ते बह गए, मंजे ते लम्मे पै गए, दफ्तर गए उत्थे भी कुर्सी है, वो हौली हौली लत्तां दी शेप ही उस तरह की बन जाती। जिदन ਉਹਦੇ ਤੇ ਪਾਣਾ है ताबूज ਵਿੱਚ, उदन फिर गोडे उत्तों नपने पैंदे ने, थोड़े ਜਿਹੇ सिद्धियां नहीं ਹੁੰਦੀਆਂ। सो बैलेंस बनाना सिख ने, गुरु घर नाल, बाणी नाल, सिमरन नाल जुड़े रहना। काम क्रोध मन हिर लिया, वकारां ने फुरनिया ने माया दे मोह विच ग्रसे हुए मनुख दे मन नूं काबू विच कीता होया। हिर लिया, अपने वाल खिंच लिया, अट्रैक्ट कर लिया। मनमुख अंधा लोए। संगत जी, जिस तरह दुनियावी पक्ष तो किसी नूं दिसे ना, घट दिसे, तो असी उहनूं कई वारी अन्ना कह दिंदे आ। ठेठ पंजाबी जटकी बोली, पूअर जी लैंगुएज, अन्ना नहीं कहना चाहिए पर कह देने। पर सच्चे पातशाह कहते अंधे ये ना आखियां जिन मुख लोएन ना है। जिन्होंने दिसदा नहीं संसार उन्होंने अन्ने ना आखो, जिन्होंने निरंकार नहीं दिसदा उन्होंने अन्ने आखो। अंधे से ही नानका जे खसमों कुत्थे जाए। खसमों कुत्थे जाए मीनज जीवन का प्रयोजन भुल जाए, वो अन्ने ने असल में। मैं कौन हाँ, कित्थों आया हाँ, मेरे जीवन का प्रयोजन की है, ये भुल जाए, फिर अन्ना है। अदरवाइज अन्ना हो के भी वो अन्ना नहीं है। मनमुख अंधा लोए, ज्यादातर लोग संसार विच अन्ने ही हैं। जेड़े अन्ने नहीं हैं वो भी अन्ने ही हैं। ज्ञान खड़ग पंच दूत संघारे, गुरमत जागै सोए। जेड़ा गुरमत दा धारनी होके गाफलता दी नींद चो जागदा है और अपने हाथ विच ज्ञान दी खड़ग पकड़ लैंदा है, वो फिर ज्ञान दी खड़ग नाल पंजां दूतां नूं संघार दिंदा है, खत्म कर दिंदा है। जिस तरह पंच सतावह दूत कवन बिद मारने। हजूर कहते तीखण बाण चलाए, नाम प्रभ ध्याइए, हरहा महा बिखादी घात पूर्ण गुर पाइए। पूरा गुरु तेनू वल दसेगा, जाच दसेगा भी किस तरह इन्हों जेर करीदा, हराईदा। ज्ञान खड़ग, ज्ञान दी कृपान। जिस तरह गुरु नानक साहब ने सूक्ष्म अदृश ज्ञान दी खड़ग नाल भाई लहणे नूं चटका दिता,
ਉਹਦੇ ਵਿੱਚ ਜਿਹੜਾ ਵੈਸ਼ਨਵ ਮਤ ਸੀ ਨਾ, ਵਹਿਮ ਭਰਮ, ਕਿਉਂਕਿ ਉਹ ਵੈਸ਼ਨੂ ਦੇਵੀ ਦੇ ਉਪਾਸਕ ਸਨ, ਭਾਈ ਲਹਿਣਾ ਜੀ ਪਹਿਲਾਂ। ਤਾਂ ਗੁਰੂ ਨਾਨਕ ਨੇ ਉਹਨਾਂ ਨੂੰ ਵਾਚਿਆ ਵੀ ਹੋਰ ਤੇ ਸਭ ਠੀਕ ਹੈ, ਗੁਰਤਾ ਗੱਦੀ ਨੂੰ ਸੰਭਾਲਣ ਦੀ ਸੇਵਾ ਨਿਭਾਉਣ ਲਈ ਭਾਈ ਲਹਿਣੇ ਵਿੱਚ ਕੋਈ ਕਮੀ ਨਹੀਂ। ਪਰ ਇੱਕ ਸਮੱਸਿਆ ਹੈ, ਵੈਸ਼ਵਨਾਂ ਦੇ ਪ੍ਰਭਾਵ ਹੇਠ ਆ ਕੇ ਵੈਸ਼ਨੂ ਵਹਿਮ ਬੜੇ ਕਰਦੇ ਨੇ। ਫਿਰ ਮਹਾਰਾਜ ਨੇ ਕਦੀ ਉਹਦੇ ਕੋਲੋਂ ਮਰੀ ਹੋਈ ਚੂਹੀ ਸੁਟਾਈ, ਕਦੀ ਕੰਧ ਲੰਬਵਾਈ, ਕਦੀ ਕੱਪੜੇ ਧਵਾਏ, ਕਦੀ ਟੋਏ ਚੋਂ ਲੋਟਾ, ਸਾਰੀ ਛੂਤ ਛਾਤ ਵਾਲੀਆਂ ਜਿਹੜੀਆਂ ਗੱਲਾਂ ਸਨ, ਜਿਹੜੇ ਲੋਕ ਮੰਨਦੇ ਨੇ, ਜਿਹਨੂੰ ਉਹ ਕਹਿੰਦੇ ਅਨਟਚੈਬਿਲਿਟੀ ਇਜ਼ ਅ ਕ੍ਰਾਈਮ ਅਗੇਂਸਟ ਗॉड एंड मैनकाइंड, अस्पृश्यता ईश्वर तथा मानवता के प्रति अपराध, वो सारे काम प्रैक्टिकल महाराज ने कराए। विज्ञान के झाड़ू नाल सारे वहम भरमे दे हूंज के मैं बाहर कढ़ दिया। ज्ञान है कि बड़नी मनो हाथ ले कातुरता कुटवार बाहर है। गुरु नानक साहब ने ज्ञान की तलवार नाल भाई लहणे दा जो वहम भरम सन उन्होंने झटका के उन्होंने नवा जीवन दे दिता। मत गुर आत्म देव दी खड़ग जोर परा कोई जीद है। गुरु मत रूपी खड़ग दे नाल लहणे नूं झटका के ते सतगुर कै जन्म गवन मिटाया, नवा जन्म दे दिता। हुण लहणा नहीं रहा, हुण उहनूं बगलगीर करके जिन्हों हग कहिंदे हो जफ्फी पा के ते आख्या तू अज तो लहणा नहीं, अज तो तू अंगद गुरु है। इश्क की भट्ठी में पाकर जब कुंदन किया, लहणे से अंगद और अंगद से अल्लाह कर दिया। पर कादे नाल कीता? ज्ञान खड़ग पंच दूत संगारे, गुरमत जागे सोए, नाम रतन प्रगासिया, मन तन निर्मल होए। नाम रूपी रतन उहदे हिरदे विच प्रगास हो गया, उहदा मन ते उहदा तन दोवें निर्मल हो गए। संगत जी, तन की है? साडे इंद्रे, कन भी, अखां भी, नासका, रसना, त्वचा सब निर्मल हो गए। मन भी निर्मल हो गया। कर इस्नान सिमर प्रभ अपना, मन तन भये अरोगा। पानी नाल तन नूं स्पष्ट कर लिया, शुद्ध कर लिया, बाणी नाल मन विचों भरिया। हथ पैर तन देह पानी धोता है, उतरस खे मूत पलीती कपड़ होए, दे साबून लईए ओ धोए। भरिया मत पापां कै संग, ओ धोपै नावें कै रंग। पर नाल ही ये भी कह दिता, नामहीन नकटे फिरै बिन नावें बह रोए। फिजिकली जो साडी सुंदरता है ना संगत जी, उहदे विच नक दा बड़ा अहम भूमिका हुंदी है। फलाणे दा नक बड़ा तिखा है, नक बड़ा उच्चा है, फलाणे दा ते इदां दा है, उदां दा है। तो मैनूं खिमा करना, गल समझण लई मर्ज कर रहा। जिन्हों जिन्हों जिवें दा भी वाहिगुरू ने बनाया, किसी नूं गलत नहीं बनाया, सब सोहणे ने। ना किछ पोच माटी के भांडे, ना कछ पोच कंबारे। गुरबाणी च जिहड़ा पोच है ना, पप्पे होड़ा चचा, पोच दे अर्थ हुंदे ने नुक्स, कमी। जिहड़ा वाहिगुरू घुमियार है साडे शरीर रूपी भांडे बनाने वाला, ना कुछ उहदे च कमी है ते ना ही भांडियां च कमी है। दृष्टि च फर्क हुंदा। दृष्टि ठीक है, सारे ही सोहणे ने। पर आम तौर पर सुहप्पण दे नाल नक दा बड़ा डाढा संबंध है। और पुराने समय किसी की इंसल्ट करनी, उहदा नक कट देना। दो तरीकों नाल, ते फिजिकली भी कटदे सन, जिवें सरूप नखा दा, ते एक परे पंचायत विच उहदी इंसल्ट करनी, कहना इहदा नक ही नहीं रहा अज बेचारे दा, ये भी नक कटना हुंदा सी। नक कटे, नक कटे नूं फ्लो विच कहीए ते नकटे बन जांदा है। जलील जै लोग जिन्हां दी कोई इज्जत आबरू नहीं समाज में, उन्होंने नक कटे कहते हैं। जिन्हां दी इज्जत ना होवे, सेंस ये है। हुण सतगुरु की कह रहे, नामहीन नकटे फिरे। नाम तो सखने तो इस तरह ही ने जिवें नक कटे हुंदे ने, कोई इज्जत नहीं। जिहड़े सुणदे ने मनदे ने वो फिर पंच बन जाते हैं, उन्हां दी फिर इज्जत है। फिर तुसीं कहंदे हो पंच प्रवान, पंच प्रधान, पंचे पावें दरगह मान, पंचे सो हैं दर राजान।
पंचां का गुर एक ध्यान। तो पंच कौन है? जिन्हें 4 सुने वालियां ते 4 मन्ने वालियां पौड़ियां नूं समझ के जीवन विच अपलाई कर लिया, वो पंच बन गया। सो गुरु अमरदास महाराज बख्शिश कर रहे ने, नानक जो तुर करता है लिखिया सो मेट ना सकै। कोई चंगे पासे लगा, कोई माड़े पासे लगा, अपने ही कीते कर्मां दे जिहड़े संस्कार ने उन्हां संस्कारां करके उहदे हुक्म विच कोई अच्छे पासे कोई बुरे पासे ना। इत्थे किसी नूं बलेम किया जा सकता है, तू अच्छा है, तू बुरा है, तू सियाणा है, तू कमला है। यही कहना पैंदा भी ना कोई मूर्ख ना कोई सियाणा, वरता सब किछ तेरा पाना। इन्नियां बेनतियां प्रवान करनियां जी। सो बेनतियां विचारां करदियां होइयां बेअंत भुलां गलतियां वास्ते दास खिमा दा जाचक है। आओ गुरु सवारियां तो अगला प्रोग्राम सरवण करके लाहे प्राप्त करिए। गुरमर्यादा अनुसार गुरु फतेह की सांझ करते हुए असीस दिओ जी। वाहिगुरू जी का खालसा, वाहिगुरू जी का खालसा, वाहिगुरू जी की फतेह।